ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਚੋਣ ਪ੍ਰਚਾਰ ਆਪਣੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਮਹਿਜ਼ ਕੁਝ ਹੀ ਦਿਨ ਹੁਣ ਤਾਂ ਬਾਕੀ ਬਚੇ ਨੇ ਵੋਟਾਂ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੀ ਹੈ ਉਹ ਐਡਵਾਂਸ ਵੋਟ ਜਿਹੜੀ ਹੈ ਉਹ ਪੋਲ ਹੋ ਚੁੱਕੀ ਹੈ। ਹੁਣ ਉਸ ਦੀ ਗਿਣਤੀ ਨੂੰ ਲੈ ਕੇ ਵੀ ਹੈ ਜਿਹੜਾ ਵਿਚਾਰ ਵਿਮਰਸ਼ ਹੋ ਰਿਹਾ ਔਰ ਕਿਹਾ ਜਾ ਰਿਹਾ ਕਿ ਪਾਰਦਰਸ਼ਤਾ ਦੇ ਨਾਲ ਹੀ ਇਹ ਗਿਣਤੀ ਹੋਏਗੀ। 24 ਘੰਟੇ ਦਾ ਸਮਾਂ ਲੱਗੇਗਾ, ਪਰ ਇਹ ਜ਼ਰੂਰ ਤਾਕੀਦ ਕੀਤੀ ਜਾ ਰਹੀ ਹੈ ਕਿ ਵੋਟਾਂ ਵਾਲੇ ਦਿਨ ਸਾਰੇ ਆਪਣੀ ਵੋਟ ਭੁਗਤਾਉਣ ਲਈ ਜ਼ਰੂਰ ਜਾਣ। ਖਬਰਾਂ ਦੇ ਉੱਤੇ ਵਿਸਥਾਰ ਨਾਲ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰਾਂਗੇ। ਹਾਲ ਦੀ ਘੜੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। अगस्त में महंगाई दर वध के हुई 4.1%। गैस ते घरां दीआं कीमतां बणियां महंगाई का वड्डा कारण। चोणां दे माहौल दे विच महंगाई की रिपोर्ट आउणा बणी वड्डा मुद्दा। वख-वख पार्टियां दे वल्लों कीते जा रहे दाविआं दी खुल्ली पोल। इलैक्शन कैनेडा के मुताबिक हरेक आखिरी वोट की गिनती करने दे विच 5 दिन का लग सकता है समा। पारदर्शिता के नाल की जाएगी वोटां की गिनती। खबरां विस्तार दे नाल। अगस्त महीने दे विच महंगाई दर वध के 4.1% हो गई है, जिस दे वधन दा वड्डा कारण गैस ते घरां दीआं वधियां होईआं कीमतां नूं मन्निआ जा रहा है। ये महंगाई दर उदों नज़र की गई जदों चोणां दा माहौल जिहड़ा वो आ गया। ਇਹ ਵਾਧਾ ਆਰਥਿਕ ਪਾਬੰਦੀਆਂ ਦੇ ਨਾਲ ਸਪਲਾਈ ਚੇਨ ਮੁੱਦਿਆਂ ਦੇ ਵਿੱਚ ਵਾਪਸੀ ਦੇ ਕਾਰਨ ਹੋਇਆ ਹੈ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ ਕਿ ਕਿਹੜੀਆਂ ਚੀਜ਼ਾਂ ਦੇ ਕੀ ਰੇਟ ਹੋਣ ਕਾਰਨ ਮਹਿੰਗਾਈ ਦਰ ਦੇ ਵਿੱਚ ਵਾਧਾ ਦੇਖਿਆ ਗਿਆ। अगस्त में कैनेडा की महंगाई दर 4.1% तक पहुंच गई है, जो कि 2003 तो सब तो उच्ची है। यह महंगाई की दर की रिपोर्ट चोणां तो महज कुछ दिन पहला ही आना मुद्दा तो बन ही गई। अगस्त के महीने में महंगाई की दर वध के 4.1% ते पहुंच गई तो इसके वधन का वड्डा कारण गैस के घरां दीआं वधियां होईआं कीमतां ने। जिवें कि अगस्त के कंज्यूमर रेट एक साल पहलां दे मुकाबले 4.1% वधिया है। सालाना गति जुलाई के रजिस्टर्ड 3.7% तो वध गई तो मार्च 2003 तो बाद साल दर साल महंगाई दर दे विच सब तो वध वाधा होया। ਇਹ ਵਾਧਾ ਆਰਥਿਕ ਪਾਬੰਦੀਆਂ ਦੇ ਨਾਲ ਸਪਲਾਈ ਚੇਨ ਮੁੱਦਿਆਂ ਵਿੱਚ ਵਾਪਸੀ ਦੇ ਕਾਰਨ ਹੋਇਆ। ਉਹਨਾਂ ਸੈਮੀ ਕੰਡਕਟਰਾਂ ਦੀ ਤਰ੍ਹਾਂ ਜਿਨ੍ਹਾਂ ਨੇ ਅਗਸਤ ਵਿੱਚ ਵਾਹਨਾਂ ਦੀਆਂ ਨਵੀਆਂ ਕੀਮਤਾਂ ਦੇ ਨਾਲ ਸਾਲ ਦਰ ਸਾਲ 7.2% ਦੀ ਵਾਧੇ ਨਾਲ ਆਟੋ ਦੀ ਕੀਮਤ ਵਧਾਉਣ ਦੇ ਵਿੱਚ ਸਹਾਇਤਾ ਕੀਤੀ। 1994 ਤੋਂ ਬਾਅਦ ਦੀ ਇਹ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਫਰਨੀਚਰ ਦੀਆਂ ਕੀਮਤਾਂ ਜੋ ਸਪਲਾਈ ਚੇਨ ਦੇਰੀ ਤੇ ਲੱਕੜ ਦੇ ਖਰਚਿਆਂ ਕਾਰਨ ਪ੍ਰਭਾਵਿਤ ਹੋਈਆਂ ਨੇ ਵਿੱਚ 8.7% ਦੀ ਵਾਧਾ ਹੋਇਆ। ਸਟੈਟਿਸਟਿਕ ਕੈਨੇਡਾ ਨੇ ਕਿਹਾ ਹੈ ਕਿ ਇਸ ਸਾਲ ਪਹਿਲਾਂ ਦੇਖੇ ਗਏ ਹੇਠਲੇ ਪੱਧਰ ਦੇ ਨਾਲ ਕੀਮਤਾਂ ਦੀ ਤੁਲਨਾ ਹੁਣ ਮਹਿੰਗਾਈ ਦੀ ਸਮੁੱਚੀ ਤਸਵੀਰ ਦੇ ਇੱਕ ਛੋਟੇ ਹਿੱਸੇ ਹੈ। BMO ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅਗਸਤ ਵਿੱਚ ਮਹਿੰਗਾਈ ਦੀ ਰੀਡਿੰਗ ਸਿਖਰ ਤੇ ਹੈ, ਪਰ ਐਨਰਜੀ, ਫੂਡ ਤੇ ਘਰਾਂ ਦੀਆਂ ਕੀਮਤਾਂ ਤੇ ਨਿਰੰਤਰ ਦਬਾਅ ਦੇ ਕਾਰਨ ਐਲੀਵੇਟਿਡ ਰੀਡਿੰਗ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਗੈਸੋਲੀਨ ਦੀਆਂ ਕੀਮਤਾਂ ਅਗਸਤ ਵਿੱਚ 32.5% ਵਧੀਆਂ, ਜੋ ਕਿ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਘੱਟ ਉਤਪਾਦਨ, ਹਿਊਰੀਕੇਨ ਦੀਆਂ ਰੁਕਾਵਟਾਂ ਤੇ ਡੈਲਟਾ ਵੈਰੀਐਂਟ ਦੇ ਫੈਲਣ ਦੀਆਂ ਚਿੰਤਾਵਾਂ ਨਾਲ ਜੁੜੀਆਂ ਨੇ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਮਹਿੰਗਾਈ ਦਾ ਸਾਲਾਨਾ ਅੰਕੜਾ 3.2% ਹੁੰਦਾ ਸੀ ਜੇ ਇਸ ਨੇ ਗੈਸੋਲੀਨ ਦੀਆਂ ਕੀਮਤਾਂ ਨੂੰ ਆਪਣੀ ਗਣਨਾ ਤੋਂ ਬਾਹਰ ਰੱਖਿਆ ਹੁੰਦਾ। ਅੰਕੜਾ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਘਰ ਦੇ ਮਾਲਕ ਦੇ ਬਦਲਣ ਦੇ ਖਰਚੇ ਜੋ ਨਵੇਂ ਘਰਾਂ ਦੀਆਂ ਕੀਮਤਾਂ ਦੇ ਨਾਲ ਜੁੜੇ ਹੋਏ ਨੇ ਅਗਸਤ ਦੇ ਵਿੱਚ 14.3% ਦੀ ਸਾਲਾਨਾ ਦਰ ਦੇ ਨਾਲ ਵਧੇ, ਜੋ ਸਤੰਬਰ 1987 ਦੇ ਬਾਅਦ ਸਭ ਤੋਂ ਤੇਜ਼ੀ ਨਾਲ ਸਾਲਾਨਾ ਵਾਧੇ ਦੇ ਦੋਹਰੇ ਅੰਕਾਂ ਦੇ ਵਾਧੇ ਦੇ ਲਗਾਤਾਰ ਚੌਥੇ ਮਹੀਨੇ ਨੂੰ ਦਰਸਾਉਂਦਾ ਹੈ। ਮਿਸ਼ਰਨ ਦੇ ਵਿੱਚ ਸ਼ਾਮਿਲ ਕਰਨਾ ਹਰ ਪ੍ਰਾਂਤ ਦੇ ਵਿੱਚ ਯਾਤਰੀ ਰਿਹਾਇਸ਼ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ 19.3% ਦੀ ਵਾਧਾ ਸੀ, ਕਿਉਂਕਿ ਯਾਤਰਾ ਦੀਆਂ ਪਾਬੰਦੀਆਂ ਨੂੰ ਸੌਖਾ ਕਰਨ ਦੇ ਦੌਰਾਨ ਮੰਗ ਵਿੱਚ ਵਾਧਾ ਹੋਇਆ। ਕੰਜ਼ਿਊਮਰ ਪ੍ਰਾਈਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਵੱਧ ਗਿਆ ਤੇ ਅਪ੍ਰੈਲ ਦੇ ਬਾਅਦ ਬੈਂਕ ਆਫ ਕੈਨੇਡਾ ਦੀ 1 ਤੋਂ 3% ਦਾ ਟੀਚਾ ਸੀਮਾ ਦੇ ਉੱਪਰ ਪਹੁੰਚ ਗਿਆ। ਗਵਰਨਰ ਟਿਫ ਮੈਕਲਮ ਨੇ ਸਹੁੰ ਖਾਧੀ ਹੈ ਕਿ ਜੇਕਰ ਕੀਮਤਾਂ ਦਾ ਦਬਾਅ ਲਗਾਤਾਰ ਬਣਿਆ ਰਹਿੰਦਾ ਹੈ ਤਾਂ ਕੇਂਦਰੀ ਬੈਂਕ ਅੱਗੇ ਆਵੇਗਾ, ਪਰ ਹੁਣ ਲਈ ਬੈਕਅਪ ਕੈਨੇਡਾ ਮੌਜੂਦਾ ਮੁੱਦਿਆਂ ਵਿੱਚੋਂ ਬਹੁਤ ਸਾਰੇ ਅਸਥਾਈ ਸਮਝਦਾ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਮੁਦਰਾ ਸਫੀਤੀ ਦੇ 3 ਉਪਾਵਾਂ ਦੀ ਔਸਤ, ਜਿਨ੍ਹਾਂ ਨੂੰ ਅੰਡਰਲਾਈਂਗ ਕੀਮਤਾਂ ਦੇ ਦਬਾਅ ਦੇ ਬਿਹਤਰ ਮਾਪਕ ਮੰਨਿਆ ਜਾਂਦਾ ਹੈ ਤੇ ਬੈਂਕ ਆਫ ਕੈਨੇਡਾ ਦੁਆਰਾ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ, ਅਗਸਤ ਲਈ 2.57% ਸੀ, ਜੋ ਜੁਲਾਈ ਦੇ ਵਿੱਚ 2.43% ਹੋ ਗਿਆ। ਅਗਸਤ 2009 ਦੀ ਰੀਡਿੰਗ ਮਾਰਚ 2019 ਤੋਂ ਬਾਅਦ ਸਭ ਤੋਂ ਵੱਧ ਹੈ। CIBC ਦੇ ਸੀਨੀਅਰ ਅਰਥਸ਼ਾਸਤਰੀ ਰॉयस ਮੈਂਡਸ ਨੇ ਕਿਹਾ ਹੈ ਕਿ ਬੈਂਕ ਆਫ ਕੈਨੇਡਾ ਮੌਜੂਦਾ ਅੰਕੜਿਆਂ ਨੂੰ ਦੇਖਣਾ ਜਾਰੀ ਰੱਖੇਗਾ, ਕਿਉਂਕਿ ਮਹਿੰਗਾਈ ਅਸਧਾਰਨ ਡਰਾਈਵਰਾਂ ਦੇ ਕਾਰਨ ਹੋ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਬੈਂਕ ਵਿਸ਼ੇਸ਼ ਤੌਰ ਤੇ ਸਾਵਧਾਨ ਰਹੇਗਾ, ਕਿਉਂਕਿ ਚੌਥੀ ਲਹਿਰ ਇੱਕ ਵਾਰ ਫਿਰ ਅਰਥ ਵਿਵਸਥਾ ਲਈ ਵਿਘਨ ਪਾਉਣ ਦੀ ਸੰਭਾਵਨਾ ਹੈ। BC 'ਚ ਇਨਫਲੇਸ਼ਨ ਦੀ ਦਰ 3.5% ਤੇ ਦਰਜ ਕੀਤੀ ਗਈ ਹੈ। ਇਸ ਨੂੰ ਮਾਰਚ 2003 ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਦੱਸਿਆ ਗਿਆ ਹੈ। ਹਾਲਾਂਕਿ ਜੇਕਰ ਗੈਸ ਦੀਆਂ ਕੀਮਤਾਂ ਨੂੰ ਇਸ ਦੇ ਵਿੱਚ ਸ਼ਾਮਿਲ ਨਾ ਕੀਤਾ ਜਾਏ ਤਾਂ ਇਹ ਵਾਧਾ 3.2% ਤੇ ਦਰਜ ਕੀਤਾ
ਕੀਤਾ ਜਾ ਸਕਦਾ ਹੈ। ਵਿਕਟੋਰੀਆ 'ਚ ਇਨਫਲੇਸ਼ਨ ਦੀ ਦਰ 3.2% ਤੇ ਵੈਨਕੂਵਰ ਦੇ ਵਿੱਚ 2 ਅੰਕਾਂ ਦੇ ਵਾਧੇ ਨਾਲ 3.3 ਦਰਜ ਕੀਤੀ ਗਈ ਹੈ। ਯਾਦ ਰਹੇ ਕਿ ਦੇਸ਼ ਦੇ ਵਿੱਚ ਜੁਲਾਈ ਦੇ ਮਹੀਨੇ ਵਿੱਚ ਮਹਿੰਗਾਈ ਦੀ ਦਰ 3.7 ਦਰਜ ਹੋਣ ਤੋਂ ਬਾਅਦ ਅਗਸਤ ਵਿੱਚ ਮਹਿੰਗਾਈ ਦੀ ਦਰ 4.1 ਤੇ ਹੁਣ ਦਰਜ ਕੀਤੀ ਗਈ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸੋ ਇੱਕ ਪਾਸੇ ਸਿਆਸਤਦਾਨ ਕੈਨੇਡੀਅਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਦਮ ਭਰ ਰਹੇ ਨੇ, ਉੱਥੇ ਹੀ ਮਹਿੰਗਾਈ ਦਰ ਦੀ ਰਿਪੋਰਟ ਨੇ ਕਈ ਤਰ੍ਹਾਂ ਦੇ ਪੋਲ ਵੀ ਖੋਲ੍ਹ ਦਿੱਤੇ। ਓਨਟਾਰੀਓ ਦੇ ਵਿੱਚ ਮੌਜੂਦ NDP ਦੇ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਮਹਿੰਗਾਈ ਨੂੰ ਠੱਲ ਪਾਉਣ ਦਾ ਇੱਕ ਤਰੀਕਾ ਘਰਾਂ ਦੀਆਂ ਕੀਮਤਾਂ ਨੂੰ ਘਟਾਉਣਾ ਹੈ। ਅੱਜ ਇਹ ਅੰਕੜੇ ਜਾਰੀ ਹੋਣ ਤੋਂ ਬਾਅਦ ਹੈਲੀਫੈਕਸ ਦੇ ਵਿੱਚ ਪ੍ਰਚਾਰ ਕਰਦੇ ਹੋਏ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਦਾ ਕਹਿਣਾ ਸੀ ਕਿ ਇਸ ਮਹਾਮਾਰੀ ਕਰਕੇ ਆਰਥਿਕਤਾ ਤੇ ਅਸਰ ਪਿਆ ਹੈ ਤੇ ਉਹਨਾਂ ਦੇ ਵੱਲੋਂ ਘਰਾਂ ਦੀਆਂ ਕੀਮਤਾਂ ਨੂੰ ਘਟਾਇਆ ਜਾਏਗਾ ਤੇ ਬੱਚਿਆਂ ਦੀ ਦੇਖਭਾਲ ਦੇ ਲਈ ਕਦਮ ਵੀ ਚੁੱਕੇ ਜਾਣਗੇ। ਉਧਰ ਕੰਜ਼ਰਵੇਟਿਵ ਲੀਡਰ ਐਡੀਨੋ ਟੂਲ ਨੇ ਕਿਹਾ ਹੈ ਕਿ ਲਿਬਰਲ ਤੇ NDP ਦੋਵਾਂ ਦੇ ਪਲੇਟਫਾਰਮ ਦੇ ਵਿੱਚ ਸ਼ਾਮਿਲ ਕੀਤੇ ਗਏ ਡੈਫਿਸਿਟ ਦੇ ਨਾਲ ਮਹਿੰਗਾਈ ਦੀ ਦਰ ਘੱਟ ਨਹੀਂ ਹੋ ਸਕਦੀ। ਕੈਨੇਡੀਅਨ ਪ੍ਰੈਸ ਤੇ ਲੇਜ਼ਰ ਦੇ ਵੱਲੋਂ ਕਰਵਾਈ ਗਈ ਇੱਕ ਪੋਲ ਦੇ ਮੁਤਾਬਕ ਇਸ ਸਮੇਂ ਲਿਬਰਲ ਤੇ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਨੂੰ 32% ਵੋਟਰਾਂ ਦਾ ਸਮਰਥਨ ਹਾਸਲ ਹੈ ਤੇ 20% ਵੋਟਰਾਂ ਦੇ ਸਮਰਥਨ ਦੇ ਨਾਲ NDP ਤੀਜੇ ਨੰਬਰ ਤੇ ਚੱਲ ਰਹੀ ਹੈ। ਸੋ ਅਜਿਹੇ ਦੇ ਵਿੱਚ ਇਹ ਅੰਕੜੇ ਵੀ ਜਿਹੜੇ ਆਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੋਲ ਖੋਲ ਰਿਪੋਰਟ ਦਰਜ ਕਰ ਰਹੇ ਨੇ। ਵੋਟਾਂ ਦੀ ਗਿਣਤੀ ਕਰਨ ਦੇ ਵਿੱਚ 5 ਦਿਨ ਦਾ ਸਮਾਂ ਲੱਗ ਸਕਦਾ ਹੈ। ਕੈਨੇਡੀਅਨ ਚੋਣ ਦੇ ਦਿਨ ਨਜ਼ਦੀਕ ਆਉਂਦੇ ਹੀ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਵੋਟਾਂ ਦੀ ਗਿਣਤੀ ਕਦੋਂ ਹੋ ਸਕਦੀ ਹੈ। ਇਲੈਕਸ਼ਨ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਮੇਲ ਇਨ ਬੈਲਟ ਦੀ ਜਿਹੜੀ ਵੱਧਦੀ ਮਾਤਰਾ ਹੈ ਇਸ ਵਾਰ ਟਾਈਮਲਾਈਨ ਨੂੰ ਬਦਲ ਦੇਵੇਗੀ। ਰਿਟਰਨਿੰਗ ਅਫਸਰਾਂ ਨੂੰ ਇਹ ਜਾਂਚ ਕਰਨ ਦੇ ਵਿੱਚ 24 ਘੰਟੇ ਜਿਹੜੇ ਨੇ ਉਹ ਲੱਗ ਸਕਦੇ ਨੇ। ਕੈਨੇਡੀਅਨ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਜਦੋਂ 36 ਦਿਨਾਂ ਦੀ ਮੁਹਿੰਮ ਸਮਾਪਤ ਹੋ ਜਾਵੇਗੀ ਤੇ ਨਵੀਂ ਸੰਸਦ ਦੀ ਸ਼ੁਰੂਆਤ ਹੋਵੇਗੀ। ਪਰ ਕੀ 20 ਸਤੰਬਰ ਨੂੰ ਅਸਲ ਦੇ ਵਿੱਚ ਕੋਈ ਸਪਸ਼ਟ ਜੇਤੂ ਹੋਵੇਗਾ? ਇਹ ਸਵਾਲ ਗੁੰਝਲਦਾਰ ਹੈ। ਇਲੈਕਸ਼ਨਸ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਮੇਲ ਇਨ ਬੈਲਟ ਦੀ ਵੱਧਦੀ ਮਾਤਰਾ ਇਸ ਵਾਰ ਟਾਈਮਲਾਈਨ ਨੂੰ ਬਦਲ ਦੇਵੇਗੀ। ਲੋਕਲ ਮੇਲ ਇਨ ਬੈਲਟਸ ਜਿਨ੍ਹਾਂ ਨੂੰ ਵੋਟਰਾਂ ਦੁਆਰਾ ਉਹਨਾਂ ਦੀ ਆਪਣੀ ਛੁੱਟੀ ਦੇ ਵਿੱਚ ਰਿਟਰਨਿੰਗ ਅਫਸਰਾਂ ਨੂੰ ਚਿੰਤਨ ਕੀਤਾ ਗਿਆ ਤੇ ਭੇਜਿਆ ਗਿਆ। ਇਲੈਕਸ਼ਨਸ ਕੈਨੇਡਾ ਦੀ ਬੈਲਟ ਅਖੰਡਤਾ ਪ੍ਰਕਿਰਿਆ ਦੇ ਕਾਰਨ ਘੱਟੋ ਘੱਟ 21 ਸਤੰਬਰ ਤੱਕ ਉਹਨਾਂ ਦੀ ਗਿਣਤੀ ਸ਼ੁਰੂ ਨਹੀਂ ਹੋਵੇਗੀ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਵੋਟਾਂ ਦੀ ਗਿਣਤੀ ਸ਼ੁਰੂ ਕਰ ਦੇਣ, ਇੱਥੇ ਇੱਕ ਅਜਿਹਾ ਕਦਮ ਚੁੱਕਣਾ ਜ਼ਰੂਰੀ ਹੈ ਜਿਸ ਨਾਲ ਪਾਰਦਰਸ਼ਤਾ ਨਾਲ ਜਾਂਚ ਹੋਵੇ। ਇਸ ਦੇ ਵਿੱਚ ਹੋਰ ਉਪਾਵਾਂ ਦੇ ਨਾਲ ਇਹ ਦੇਖਣ ਲਈ ਜਾਂਚ ਕਰਨਾ ਬਾਕੀ ਹੈ ਕਿ ਬਾਹਰੀ ਲਿਫਾਫੇ ਤੇ ਵੋਟਰ ਦੁਆਰਾ ਦਸਤਖਤ ਕੀਤੇ ਗਏ ਨੇ ਤੇ ਇਹ ਸੁਨਿਸ਼ਚਿਤ ਕਰਨਾ ਕਿ ਵਿਅਕਤੀ ਨੇ ਸਿਰਫ ਇੱਕ ਵੋਟ ਪਾਈ ਹੈ। ਇਸ ਮੁਤਾਬਕ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਕੁਝ ਸਮਾਂ ਲੱਗਦਾ ਹੈ। ਇਸ ਲਈ ਅਸੀਂ ਕਿਹਾ ਹੈ ਕਿ ਰਿਟਰਨਿੰਗ ਅਧਿਕਾਰੀਆਂ ਨੂੰ ਇਹ ਜਾਂਚ ਕਰਨ ਦੇ ਵਿੱਚ 24 ਘੰਟੇ ਲੱਗ ਸਕਦੇ ਨੇ। ਚੋਣ ਕਮਿਸ਼ਨ ਮੇਲ ਇਨ ਬੈਲਟਾਂ ਦੀ ਗਿਣਤੀ ਸ਼ੁਰੂ ਕਰ ਸਕਦਾ ਹੈ। ਨਾਲ ਹੀ ਕੈਨੇਡੀਅਨ ਆਰਮਡ ਫੋਰਸਿਸ ਤੇ ਨਜ਼ਰਬੰਦ ਵੋਟਰਾਂ ਦੇ ਵੋਟਾਂ ਦੀ ਗਿਣਤੀ ਦੀ ਚੋਣਾਂ ਦੇ ਦਿਨ ਤੋਂ 14 ਦਿਨ ਪਹਿਲਾਂ ਕੀਤੀ ਜਾ ਸਕਦੀ ਹੈ। ਰਿਟਰਨਿੰਗ ਅਧਿਕਾਰੀ ਚੋਣਾਂ ਦੀ ਰਾਤ ਨੂੰ ਵੋਟਾਂ ਬੰਦ ਹੋਣ ਤੋਂ 1 ਘੰਟਾ ਪਹਿਲਾਂ ਸਥਾਨਕ ਐਡਵਾਂਸ ਪੋਲ ਦੇ ਵਿੱਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸ਼ੁਰੂ ਕਰ ਸਕਦੇ ਨੇ। ਸੰਸਥਾ ਨੇ ਆਪਣੀ ਰਾਈਡਿੰਗ ਦੇ ਅੰਦਰ ਰਹਿਣ ਵਾਲੇ ਵੋਟਰਾਂ ਨੂੰ 1,07,087 ਕਿੱਟਾਂ ਜਾਰੀ ਕੀਤੀਆਂ ਨੇ ਤੇ ਹੁਣ ਤੱਕ 5,52,488 ਵਾਪਸ ਕੀਤੇ ਜਾ ਚੁੱਕੇ ਨੇ। ਹੋਰ 1,46,925 ਕਿੱਟਾਂ ਕੈਨੇਡਾ ਦੇ ਅੰਦਰ ਵਸਣ ਵਾਲਿਆਂ ਨੂੰ ਭੇਜੀਆਂ ਗਈਆਂ ਸਨ, ਪਰ ਉਹਨਾਂ ਦੀ ਰਾਈਡਿੰਗ ਤੋਂ ਬਾਹਰ ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ ਵੀ ਭੇਜੀਆਂ ਗਈਆਂ ਨੇ। ਬੇਨਤੀ ਕੀਤੀ ਗਈ ਸਭ ਤੋਂ ਖਾਸ ਬੈਲਟ ਕਿੱਟਾਂ ਵਾਲੀਆਂ 10 ਰਾਈਡਿੰਗਾਂ ਦੇ ਵਿੱਚੋਂ 2021 ਵਿੱਚ ਮੰਗੇ ਗਏ ਵਿਸ਼ੇਸ਼ ਮਤਦਾਨਾਂ ਦੀ ਗਿਣਤੀ ਦੇ ਮੁਕਾਬਲੇ 2019 ਦੇ ਵਿੱਚ 5 ਵੋਟਾਂ ਦਾ ਫੈਸਲਾ ਘੱਟ ਵੋਟਾਂ ਦੁਆਰਾ ਕੀਤਾ ਗਿਆ ਸੀ। ਮਤਲਬ ਕਿ ਵੋਟਿੰਗ ਦਾ ਨਤੀਜਾ ਸਿਧਾਂਤਕ ਤੌਰ ਤੇ ਉਸ ਕਾਰਨ ਤੇ ਨਿਰਭਰ ਕਰ ਸਕਦਾ ਹੈ। ਇਲੈਕਸ਼ਨਸ ਕਮਿਸ਼ਨ ਮੁਤਾਬਕ ਗਿਣਤੀ ਸਮਾਪਤ ਹੋਣ ਤੋਂ ਬਾਅਦ ਅੰਤਮ ਨਤੀਜਾ ਆਉਣ ਦੇ ਵਿੱਚ 2 ਤੋਂ 5 ਦਿਨ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਮੀਡੀਆ ਆਊਟਲੈਟਸ ਅਜੇ ਵੀ ਪਹਿਲਾਂ ਹੀ ਜੇਤੂ ਐਲਾਨ ਕਰ ਸਕਦੇ ਨੇ ਜੇਕਰ ਨਤੀਜੇ ਇਸ ਦੇ ਲਈ ਕਾਫੀ ਸਪਸ਼ਟ ਹੋਣੇ ਚਾਹੀਦੇ ਨੇ। ਇਲੈਕਸ਼ਨਸ ਕੈਨੇਡਾ 20 ਸਤੰਬਰ ਤੋਂ ਬਾਅਦ ਦੇ ਦਿਨ ਦੇ ਵਿੱਚ 2 ਤੋਂ 3 ਵਾਰ ਗਿਣਤੀ ਦੇ ਹਰ ਸ਼ਿਫਟ ਦੇ ਅੰਤ ਵਿੱਚ ਮੇਲ ਇਨ ਬੈਲਟ ਦੇ ਨਤੀਜੇ ਪੋਸਟ ਕਰੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਰਾ ਅੱਗੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਹੋਤਾ ਦੀ ਗੱਲ ਅੱਜ ਦੀ ਗੱਲ ਉਹੀ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਹੋ ਰਹੀ ਹੈ। ਇਲੈਕਸ਼ਨ ਦੇ ਵਿੱਚ ਕੌਣ ਜਿੱਤੂਗਾ, ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ। ਅੱਜ ਦੇ ਅੰਦਾਜ਼ੇ ਦੇ ਮੁਤਾਬਕ ਅੱਜ 14 ਸਤੰਬਰ ਨੂੰ ਜਿਹੜੀਆਂ ਪ੍ਰੋਜੈਕਸ਼ਨ ਸਾਹਮਣੇ ਆ ਰਹੀਆਂ ਉਹਦੇ ਹਿਸਾਬ ਨਾਲ ਲਿਬਰਲ ਪਾਰਟੀ ਨੂੰ 146 ਸੀਟਾਂ ਮਿਲਣਗੀਆਂ, ਕੰਜ਼ਰਵੇਟਿਵ ਨੂੰ 126, NDP ਨੂੰ 32, ਬਲਾਕ ਕੁਇਕਵਾ ਨੂੰ 32 ਤੇ ਗ੍ਰੀਨ ਪਾਰਟੀ ਨੂੰ 1 ਸੀਟ ਮਿਲ ਸਕਦੀ ਹੈ। ਇਹ ਆਪਣੇ ਆਪ ਦੇ ਵਿੱਚ ਅੰਦਾਜ਼ਾ ਆ, ਹੇਠ ਉੱਤਾ ਹੋ ਸਕਦਾ ਪਰ ਇੰਨਾ ਜ਼ਿਆਦਾ ਹੋਣ ਦੀ ਸੰਭਾਵਨਾ ਨਹੀਂ ਹੈ। ਬਹੁਤ ਸਾਰੀਆਂ ਕੰਪਨੀਆਂ ਸਰਵੇ ਕਰਦੀਆਂ, ਬਹੁਤ ਸਾਰੀਆਂ ਉਹਨਾਂ ਦੀਆਂ ਆਪਣੀਆਂ ਪ੍ਰੋਜੈਕਸ਼ਨਸ ਹੁੰਦੀਆਂ। ਇੱਕ 338canada.com ਇੰਡੀਪੈਂਡੈਂਟ ਵੈਬਸਾਈਟ ਆ ਜਿਹੜੀ ਇਹਨਾਂ ਸਾਰੇ ਸਰਵੇਜ਼ ਨੂੰ ਕੱਢ ਕੇ ਦੱਸ ਦਿੰਦੀ ਆ ਕਿ ਸਾਡਾ ਅੰਦਾਜ਼ਾ ਆ। ਉਸ ਅੰਦਾਜ਼ੇ ਦੇ ਅਨੁਸਾਰ 338 ਕੈਨੇਡਾ ਦੇ ਹਿਸਾਬ ਨਾਲ ਲਿਬਰਲ ਪਾਰਟੀ 146, ਕੰਜ਼ਰਵੇਟਿਵ 126, NDP 32, ਬਲਾਕ ਕੁਇਕਵਾ 32 ਤੇ ਗ੍ਰੀਨ ਪਾਰਟੀ 2। ਅੱਜ ਦੀ ਸਥਿਤੀ ਇਹ ਆ, ਸਥਿਤੀ ਬਦਲ ਵੀ ਸਕਦੀ ਹੈ, ਰੋਜ਼ ਸਥਿਤੀ ਬਦਲਦੀ ਵੀ ਆ। ਅਜੇ ਹਫ਼ਤੇ ਤੋਂ ਘੱਟ ਸਮਾਂ ਇਲੈਕਸ਼ਨ ਦੇ ਵਿੱਚ ਹੈਗਾ ਆ, ਉਦੋਂ ਤੱਕ ਕਈ ਕੁਝ ਬਦਲ ਸਕਦਾ ਹੈ।
ਜਿਸ ਤਰ੍ਹਾਂ ਤੁਹਾਡਾ ਸਾਡਾ ਅੰਦਾਜ਼ਾ ਹੁੰਦਾ ਕਿ ਆਪਣੇ ਹਲਕੇ ਦੇ ਵਿੱਚੋਂ ਇਹਨੇ ਜਿੱਤ ਜਾਣਾ, ਆ ਚੰਗਾ ਬੰਦਾ ਆ, ਮਾੜਾ ਬੰਦਾ ਆ, ਇਹਨੇ ਆ ਚੰਗੇ ਕੰਮ ਕੀਤੇ ਆ ਬੰਦਾ ਇਹਦਾ ਵਿਰੋਧ ਕਰ ਰਿਹਾ, ਆ ਬੰਦਾ ਦੇ ਹੱਕ ਵਿੱਚ ਆ, ਉਸ ਹਿਸਾਬ ਦੇ ਨਾਲ 338 ਕੈਨੇਡਾ ਜਿਹੜੀ ਆ ਇਹ ਅੰਦਾਜ਼ਾ ਲਾਉਂਦੀ ਆ। ਪੀਜੇ ਫੋਰਨੀਅਰ ਜਿਹੜਾ ਇਹ ਅੰਦਾਜ਼ੇ ਲਾਉਂਦਾ ਆ, ਜਾਂ ਕਹਿ ਲਓ ਇਲੈਕਸ਼ਨ ਗੁਰੂ ਆ, ਫਿਜ਼ਿਕਸ ਦਾ ਟੀਚਰ ਹੈ, ਮੌਂਟਰੀਅਲ ਦੇ ਵਿੱਚ ਐਸਟਰੋਫਿਜ਼ਿਕਸ ਪੜ੍ਹਾਉਂਦਾ ਆ, ਤੇ ਇਸ ਪਾਸੇ ਇਹਨਾਂ ਦਾ ਕੰਮ ਕਾਫੀ ਚੱਲਿਆ, ਇਹਨਾਂ ਦੇ ਅੰਦਾਜ਼ੇ ਕਾਫੀ ਸਹੀ ਹੋਏ ਆ ਪਿਛਲੇ ਸਮੇਂ ਦੇ ਵਿੱਚ। ਦੋ ਰਾਈਡਿੰਗ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਇੱਥੇ ਦੀ ਕੀ ਸਥਿਤੀ ਹੈ। ਸਰੀ ਸੈਂਟਰ ਤੇ ਸਰੀ ਨਿਊਟਨ। ਸਰੀ ਨਿਊਟਨ ਦੇ ਵਿੱਚ ਸੁਖ ਧਾਲੀਵਾਲ ਮੈਂਬਰ ਪਾਰਲੀਮੈਂਟ ਨੇ 6474 ਵੋਟਾਂ ਦੇ ਨਾਲ ਜਿੱਤੇ ਸੀ। ਪਿਛਲੀ ਵਾਰੀ 18328 ਵੋਟਾਂ ਸੁਖ ਧਾਲੀਵਾਲ ਨੂੰ ਪਈਆਂ ਸੀ, ਜਾਣੇ ਪਛਾਣੇ ਲੀਡਰ ਨੇ। ਦੂਜੇ ਨੰਬਰ ਤੇ ਪਿਛਲੀ ਵਾਰੀ ਐਨਡੀਪੀ ਸੀਗੀ, 11854 ਵੋਟਾਂ ਉਹਨਾਂ ਨੂੰ ਪਈਆਂ ਸੀ। ਹਰਜੀਤ ਸਿੰਘ ਜਿਹੜੇ ਜਾਣੇ ਪਛਾਣੇ ਰੇਡੀਓ ਹੋਸਟ ਨੇ, ਕਮਿਊਨਿਟੀ ਦੇ ਵਿੱਚ ਉਹਨਾਂ ਦੀ ਕਾਫੀ ਪਛਾਣ ਆ, ਉਹ 11854 ਵੋਟਾਂ ਲੈ ਕੇ ਗਏ ਸੀ, ਦੂਜੇ ਨੰਬਰ ਤੇ ਰਹੇ ਸੀ। ਤੀਜੇ ਨੰਬਰ ਦੇ ਉੱਤੇ ਹਰਪ੍ਰੀਤ ਸਿੰਘ ਜਿਹੜੇ ਉਹ ਵੀ ਬਹੁਤ ਪ੍ਰਸਿੱਧ ਬ੍ਰੌਡਕਾਸਟਰ ਨੇ ਇੱਥੋਂ ਦੇ, 8511 ਵੋਟਾਂ ਉਹਨਾਂ ਨੂੰ ਪਈਆਂ ਸੀ। ਇਸ ਵਾਰੀ ਕੀ ਸਮੀਕਰਨ ਆ, ਇਸ ਵਾਰੀ ਕੀ ਗੱਲਬਾਤ ਸਾਹਮਣੇ ਆ ਰਹੀ ਆ? ਅੰਦਾਜ਼ਾ ਲਾਇਆ ਜਾ ਰਿਹਾ ਜਾਂ ਦੱਸਿਆ ਜਾ ਰਿਹਾ ਕਿ 48% ਲੋਕ ਸੁਖ ਧਾਲੀਵਾਲ ਦੇ ਹੱਕ 'ਚ। ਅਵਨੀਤ ਜੌਲ ਜਿਹੜਾ ਕਿ ਬੜਾ ਇੱਕ ਉਹ ਵੀ ਚੰਗਾ ਤੇ ਸਿਆਣਾ ਨੌਜਵਾਨ ਆ, 28% ਲੋਕ ਉਹਦੇ ਹੱਕ ਵਿੱਚ ਦੱਸੇ ਜਾ ਰਹੇ ਆ। ਸਈਦ ਮੋਹਸਿਨ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ, 18% ਲੋਕ ਉਹਨਾਂ ਦੇ ਹੱਕ 'ਚ ਦੱਸੇ ਜਾ ਰਹੇ ਆ। ਪਮੀਲਾ ਸਿੰਘ ਪੀਪੀਸੀ ਦੇ 4% ਤੇ ਪ੍ਰਵੀਰ ਹੁੰਦਲ ਜਿਹੜੀ ਕਿ ਆਜ਼ਾਦ ਲੋ ਚੋਣ ਲੜ ਰਹੀ ਹੈ ਕੁੜੀ ਹੈ, ਇਹਦੇ ਹੱਕ ਦੇ ਵਿੱਚ 1% ਦੱਸਿਆ ਜਾ ਰਿਹਾ। ਇਹ ਅੱਜ 14 ਸਤੰਬਰ ਨੂੰ ਸਰੀ ਨਿਊਟਨ ਦੀ ਪ੍ਰੋਜੈਕਸ਼ਨ ਆ, ਅੰਦਾਜ਼ਾ ਆ। ਸਿੱਧੇ ਤੌਰ ਤੇ ਸੇਫ ਸੀਟ ਸਮਝੀ ਜਾਂਦੀ ਆ ਇਹ ਲਿਬਰਲ ਪਾਰਟੀ ਦੀ। ਅੰਦਾਜ਼ੇ ਹੁੰਦੇ ਆ ਕਿ ਆਹ ਸੀਟਾਂ ਪੱਕੀਆਂ ਇਸ ਪਾਰਟੀ ਦੀਆਂ, ਆਹ ਇੱਧਰ ਉੱਧਰ ਹੋ ਸਕਦੀਆਂ, ਆਹ ਜਿਹੜੀ ਆ ਜ਼ਿਆਦਾ ਕੱਚ ਪੱਕ ਆ। ਸਰੀ ਜਿਹੜੀ ਨਿਊਟਨ ਸੀਟ ਆ, ਇਹ ਲਿਬਰਲ ਪਾਰਟੀ ਦੀ ਪੱਕੀ ਸੀਟ ਮੰਨੀ ਜਾਂਦੀ ਆ। ਇਸ ਆਧਾਰ ਦੇ ਉੱਤੇ ਇਸ ਵੇਲੇ 48% ਲੋਕ ਲਿਬਰਲ ਪਾਰਟੀ ਦੇ ਹੱਕ ਵਿੱਚ ਨੇ। ਮਾਰਜਨ ਬਹੁਤ ਵੱਡਾ, ਫਰਕ ਬਹੁਤ ਵੱਡਾ ਆ, 28% ਅਵਨੀਤ ਜੌਲ ਦੇ ਹੱਕ ਵਿੱਚ ਨੇ। ਸਿਰਫ ਅੰਦਾਜ਼ਾ ਆ, ਕੁਛ ਵੀ ਹੇਠ ਉੱਤਾ ਹੋ ਸਕਦਾ, ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਹੁਣ ਜਦੋਂ ਅਸੀਂ ਅੰਦਾਜ਼ਾ ਲਾਏ ਜਾ ਰਹੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਆਰਗੇਨਾਈਜੇਸ਼ਨ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਅੱਜ ਦੀ ਗੱਲ ਕਰ ਰਹੇ ਹਾਂ, ਉਹਨੇ ਜਦੋਂ ਪਿਛਲੀ ਵਾਰੀ 2019 ਦੇ ਵਿੱਚ ਅੰਦਾਜ਼ਾ ਲਾਇਆ ਸੀ ਤਾਂ ਉਹਨਾਂ ਦਾ ਅੰਦਾਜ਼ਾ ਕਿੰਨਾ ਸਹੀ ਨਿਕਲਿਆ ਸੀ? ਉਹ ਅੰਦਾਜ਼ਾ ਬਹੁਤ ਨੇੜੇ ਤੇੜੇ ਸੀ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਆ ਕਿ ਉਹ ਪਹਿਲਾਂ 338 ਸੀਟਾਂ ਦੀ ਪ੍ਰੋਜੈਕਸ਼ਨ ਕਰਦੇ ਆ, ਫਿਰ ਉਹ ਕੱਲੀ ਰਾਈਡਿੰਗ ਦੇ ਵਿੱਚ ਜਾ ਕੇ ਉਹਦੇ 'ਚ ਦੱਸਦੇ ਆ ਕਿ ਇੱਥੇ ਕਿਹੜੇ ਮੁੱਦੇ ਆ, ਕਈ ਚੀਜ਼ਾਂ ਧਿਆਨ 'ਚ ਰੱਖੀਆਂ ਜਾਂਦੀਆਂ। ਪਿਛਲੀ ਵਾਰੀ ਜਦੋਂ 2019 ਦੇ ਵਿੱਚ ਇਲੈਕਸ਼ਨ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ 42% ਲੋਕ ਸੁਖ ਧਾਲੀਵਾਲ ਦੇ ਹੱਕ ਵਿੱਚ ਆ, ਨਿਕਲੇ 45 ਸੀ, 3% ਉੱਪਰ ਚਲੇ ਗਏ ਸੀ। ਦੂਜੇ ਨੰਬਰ ਤੇ ਉਹਨਾਂ ਨੇ ਹਰਜੀਤ ਸਿੰਘ ਉਹਨਾਂ ਦੇ ਹੱਕ ਵਿੱਚ ਕਿਹਾ ਸੀ ਉਸ ਵੇਲੇ ਕਿ 30% ਲੋਕ ਨੇ, ਉਹ 29% ਰਹਿ ਗਏ ਸੀ, 1% ਥੱਲੇ ਚਲੇ ਗਏ ਸੀ। ਤੇ ਹਰਪ੍ਰੀਤ ਸਿੰਘ ਲਈ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਲਈ ਪਿਛਲੀ ਵਾਰੀ ਕਿਹਾ ਸੀ 18% ਲੋਕ ਇਹਨਾਂ ਦੇ ਹੱਕ ਵਿੱਚ ਆ, ਪਰ ਉਹ 21% ਨਿਕਲੇ ਸੀ। ਸੋ ਮੋਟੀ ਗੱਲ ਕਿ 3% ਇੱਧਰ ਉੱਧਰ ਇਸ ਸੀਟ ਤੋਂ ਉਹਨਾਂ ਅੰਦਾਜ਼ਾ ਹੋਇਆ ਸੀ। ਜਿਹੜਾ ਰਿਜ਼ਲਟ ਉਹਨਾਂ ਨੇ ਕੱਢਿਆ ਸੀ ਕਿ ਇੱਥੋਂ ਲਿਬਰਲ ਨੇ ਸੀਟ ਲੈ ਜਾਣੀ ਆ, ਉਹ ਬਿਲਕੁਲ ਸਹੀ ਸੀ। ਸੋ ਇਸ ਵਾਰੀ ਵੀ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਤੁਸੀਂ ਜਾਣਦੇ ਹੋ, ਸਾਰੇ ਕੁਝ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਇੱਕ ਦੂਜੇ ਨਾਲ ਗੱਲਬਾਤ ਕਰਦੇ ਆ। ਇਸੇ ਤਰ੍ਹਾਂ ਹੀ ਜਿਹੜੇ ਬੰਦਿਆਂ ਦਾ ਕੰਮ ਹੀ ਇਹ ਆ ਕਿ ਜਿਹੜੇ ਇਹੀ ਕਰਦੇ ਆ, ਪੋਲੀਟੀਕਲ ਜਿਹੜੇ ਐਨਾਲਿਸਟ ਨੇ, ਉਹਨਾਂ ਦਾ ਅੰਦਾਜ਼ਾ ਇਸ ਵੇਲੇ ਸੁਖ ਧਾਲੀਵਾਲ ਨੂੰ 48%, ਅਵਨੀਤ ਜੌਲ ਨੂੰ 28% ਤੇ ਸਈਦ ਮੋਹਸਿਨ ਨੂੰ 18% ਸੀਟਾਂ ਜਿਹੜੀ ਪਰਸੈਂਟੇਜ ਆ ਉਹ ਦੇ ਰਹੇ ਆ। ਦੂਜੀ ਮਹੱਤਵਪੂਰਨ ਸੀਟ ਜਿਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਆ, ਉਹ ਸਰੀ ਸੈਂਟਰ ਆ। ਸਰੀ ਸੈਂਟਰ ਦੇ ਉੱਤੇ ਰਣਦੀਪ ਸਿੰਘ ਸਰਾਏ ਪਿਛਲੀ ਵਾਰੀ ਜਿੱਤ ਗਏ ਸੀ, 4100 ਵੋਟ ਦੇ ਫਰਕ ਨਾਲ ਜਿੱਤੇ ਸੀ। 15266 ਵੋਟਾਂ ਇਹਨਾਂ ਨੂੰ ਪਈਆਂ ਸੀ। ਦੂਜੇ ਨੰਬਰ ਦੇ ਉੱਤੇ ਸਰਜੀਤ ਸਿੰਘ ਸਰਾਂ ਨੂੰ 11166 ਵੋਟਾਂ ਪਈਆਂ ਸੀ। ਤੇ ਜਿਹੜੀ ਤੀਜੇ ਨੰਬਰ ਦੇ ਉੱਤੇ ਟੀਨਾ ਬੈਸ ਕੰਜ਼ਰਵੇਟਿਵ ਪਾਰਟੀ ਨੂੰ 10413 ਵੋਟਾਂ ਪਈਆਂ ਸੀ। ਇਸ ਵਾਰੀ ਜਿਹੜੀ ਪ੍ਰੋਜੈਕਸ਼ਨ ਦੱਸੀ ਜਾ ਰਹੀ ਆ, ਇਹ ਸੀਟ ਹੈ ਲਿਬਰਲ ਦੀ ਆ। ਰਣਦੀਪ ਸਿੰਘ ਸਰਾਏ 2 ਵਾਰੀ ਇੱਥੋਂ ਜਿੱਤ ਚੁੱਕੇ ਆ। 15 'ਚ ਪਹਿਲੀ ਵਾਰੀ ਜਿੱਤੇ ਸੀਗੇ ਉਹ, ਜਿਹੜੇ ਉਹਨਾਂ ਦੇ ਐਨਡੀਪੀ ਦੇ ਜਸਵੀਰ ਸੰਧੂ ਨੂੰ ਹਰਾਇਆ ਸੀ ਉਹਨਾਂ ਨੇ। ਦੂਜੀ ਵਾਰੀ ਫੇਰ 19 'ਚ ਜਿੱਤ ਗਏ ਸੀਗੇ। ਸੀਟ ਲਿਬਰਲ ਦੀ ਮੰਨੀ ਜਾਂਦੀ, ਪਰ ਇਹਨੂੰ ਪੱਕੀ ਸੀਟ ਨਹੀਂ ਮੰਨ ਕੇ ਚੱਲਦੇ, ਇਹਨੂੰ ਸੇਫ ਸੀਟ ਨਹੀਂ ਮੰਨਿਆ ਜਾਂਦਾ। ਇਹ ਲਾਈਕਲੀ ਆ, ਇਹਦੇ ਲਈ ਉਹ ਸ਼ਬਦ ਵਰਤਦੇ ਆ, ਲਾਈਕਲੀ। ਇੱਧਰ ਉੱਧਰ ਹੋ ਸਕਦੀ ਆ, ਵੋਟਾਂ ਦਾ ਫਰਕ ਥੋੜ੍ਹਾ ਆ, 4100 ਵੋਟ ਦਾ ਫਰਕ ਪਿਛਲੀ ਵਾਰੀ ਸੀਗਾ। ਇਸ ਵਾਰੀ ਕੀ ਦੱਸ ਰਹੇ ਅੰਕੜੇ ਕਿ ਰਣਦੀਪ ਸਰਾਏ ਦੇ ਹੱਕ ਦੇ ਵਿੱਚ 40% ਲੋਕ ਨੇ, ਸੋਨੀਆ ਆਂਦੀ ਦੇ ਹੱਕ ਦੇ ਵਿੱਚ ਇਸ ਵੇਲੇ 26% ਲੋਕ ਨੇ, ਤੇ ਟੀਨਾ ਬੈਂਸ ਦੇ ਹੱਕ ਦੇ ਵਿੱਚ 21% ਲੋਕ ਨੇ। ਜੇ ਅਸੀਂ ਇਹ ਦੇਖੀਏ ਕਿ 2019 ਦੇ ਵਿੱਚ ਕੀ ਅੰਦਾਜ਼ਾ ਸੀ ਇਸ ਸੀਟ ਬਾਰੇ, ਇਸ ਜਿਹੜੇ ਅੰਦਾਜ਼ਾ ਉਦੋਂ ਲਾਇਆ ਸੀ ਕਿ 34% ਲੋਕ ਰਣਦੀਪ ਸਰਾਏ ਦੇ ਹੱਕ ਵਿੱਚ ਨੇ। ਜਦੋਂ ਵੋਟਾਂ ਦਾ ਰਿਜ਼ਲਟ ਆਇਆ ਸੀ ਤਾਂ ਉਸ ਵੇਲੇ 37% ਲੋਕ ਨਿਕਲੇ ਸੀ, ਭਾਵ 3% ਜ਼ਿਆਦਾ ਵੋਟਾਂ ਅੰਦਾਜ਼ੇ ਤੋਂ ਇਹਨਾਂ ਨੂੰ ਨਿਕਲੀਆਂ ਸੀ। ਜਿਹੜੇ ਉਸ ਵੇਲੇ ਸਰਜੀਤ ਸਿੰਘ ਸਰਾਂ ਸੀਗੇ ਉਮੀਦਵਾਰ, ਉਹਨਾਂ ਦੇ ਹੱਕ ਦੇ ਵਿੱਚ 33% ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ, ਬਾਅਦ ਦੇ ਵਿੱਚ ਉਹ 27% ਰਹਿ ਗਿਆ ਸੀ। ਤੇ ਟੀਨਾ ਬੈਂਸ ਜਿਹੜੇ ਉਹ ਪਿਛਲੀ ਵਾਰੀ ਜਿਨ੍ਹਾਂ ਨੇ ਚੋਣ ਲੜੀ ਸੀ, ਇਹਨਾਂ ਦੇ ਹੱਕ ਦੇ ਵਿੱਚ 25% ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ, ਪਰ
21% ਵੋਟਾਂ ਇਹਨਾਂ ਦੇ ਹੱਕ ਦੇ ਵਿੱਚ ਨਿਕਲੀਆਂ ਸੀ। ਹੁਣ ਤੁਹਾਡਾ ਆਪਣਾ ਅੰਦਾਜ਼ਾ ਆ, 338canada.com ਦਾ ਆਪਣਾ ਅੰਦਾਜ਼ਾ ਆ ਕਿ ਇਹਦਾ ਅੰਦਾਜ਼ਾ ਸਹੀ ਹੁੰਦਾ, ਇਹ 20 ਸਤੰਬਰ ਨੂੰ ਨਤੀਜਾ ਸਾਡੇ ਸਾਹਮਣੇ ਹੋਵੇਗਾ। ਫਿਲਹਾਲ ਰੁਕਦੇ ਹਾਂ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਤੇ ਬ੍ਰੇਕ ਤੋਂ ਬਾਅਦ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਐਡਮਿੰਟਨ ਤੋਂ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਇੱਕ ਖਬਰ ਤੇ ਸਾਡੇ ਸੈਂਟਰਲ ਜ਼ੋਨ ਯਾਨੀ ਕਿ ਰੈੱਡ ਈਅਰ ਤੋਂ ਆ ਰਹੀ ਆ। ਉੱਥੇ ਸਿਲਸਿਲਾ ਇਹ ਹੋਇਆ ਜੀ ਵੀ ਕੋਵਿਡ-19 ਦੇ ਕੇਸ ਇੰਨੇ ਵੱਧ ਰਹੇ ਨੇ, ਯਾਨੀ ਕਿ ਉੱਥੋਂ ਦਾ ਸਿਸਟਮ ਉਸ ਬੋਝ ਥੱਲੇ ਦੱਬ ਰਿਹਾ ਤੇ ਉਹਨਾਂ ਨੂੰ ਹੁਣ ਪੇਸ਼ੈਂਟਸ ਜਿਹੜੇ ਆ ਜੀ ਕੈਲਗਰੀ ਤੇ ਐਡਮਿੰਟਨ ਨੂੰ ਭੇਜਣੇ ਪੈ ਰਹੇ ਨੇ, ਏਅਰਲਿਫਟ ਕਰ ਰਹੇ ਨੇ, ਯਾਨੀ ਕਿ ਹਵਾਈ ਜਹਾਜ਼ ਰਾਹੀਂ, ਕਿਉਂਕਿ ਤੁਹਾਨੂੰ ਪਤਾ 150 ਕਿਲੋਮੀਟਰ ਐਡਮਿੰਟਨ ਪੈ ਜਾਂਦਾ ਜੀ ਤੇ 150 ਕਿਲੋਮੀਟਰ ਜਿਹੜਾ ਕੈਲਗਰੀ ਪੈ ਜਾਂਦਾ। ਸੋ ਉੱਥੇ ਹਾਲਾਤ ਜਿਹੜੇ ਆ ਡਾਕਟਰਾਂ ਦੇ ਕਹਿਣ ਮੁਤਾਬਕ ਤੇ ਹੋਰ ਜਿਹੜੇ ਵਿਅਕਤੀ ਨੇ ਉੱਥੇ, ਉਹ ਕਹਿੰਦੇ ਜੀ ਵੀ ਹਾਲਾਤ ਬੜੇ ਇਸ ਵੇਲੇ ਸੰਗੀਨ ਨੇ, ਜਿਵੇਂ ਕਹਿੰਦੇ ਨੇ ਨਾ ਵੀ ਇੱਕ ਕਿਸਮ ਦਾ ਅਸਮਾਨ ਥੱਲੇ ਡਿੱਗ ਪਿਆ, ਇੱਦਾਂ ਦੀ ਗੱਲ ਹੋਈ ਆ। ਕਾਰਨ ਕੀ ਹੋ ਰਿਹਾ ਜੀ ਵੀ 1 ਜੁਲਾਈ ਨੂੰ ਸਾਡੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਅਲਬਰਟਾ ਦੇ ਵਿੱਚੋਂ ਰਿਸਟ੍ਰਿਕਸ਼ਨ ਜਿਹੜੀਆਂ ਸੀਗੀਆਂ ਹਟਾ ਦਿੱਤੀਆਂ ਸੀਗੀਆਂ। ਉਦੋਂ ਬਾਅਦ ਜਿਹੜੇ ਕੇਸਿਸ ਆ ਵਧਣੇ ਸ਼ੁਰੂ ਹੋਏ, ਪਰ ਕੋਈ ਉਦੋਂ ਬਾਅਦ ਰਿਸਟ੍ਰਿਕਸ਼ਨਸ ਜਿਹੜੀਆਂ ਨਹੀਂ ਸੀ ਲਿਆਂਦੀਆਂ ਗਈਆਂ। ਹੁਣ ਜਾ ਕੇ ਉਹਨਾਂ ਨੇ ਪਿੱਛੇ ਥੋੜ੍ਹੇ ਦਿਨ ਹੋਏ ਆ ਜਦੋਂ ਕਿਹਾ ਵੀ ਥੋੜ੍ਹੀਆਂ ਜਿਹੀਆਂ ਰਿਸਟ੍ਰਿਕਸ਼ਨਸ ਲਿਆਂਦੀਆਂ, ਪਰ ਉਹ ਬੜੀਆਂ ਨਾਮ ਮਾਤਰ ਨੇ। ਹੋਇਆ ਇਸ ਤਰ੍ਹਾਂ ਜੀ ਵੀ ਹੁਣ ਉੱਥੇ ਹੌਸਪੀਟਲ ਦੇ ਵਿੱਚ ਜਿੰਨੇ ਕੁ ਬੈੱਡ ਉਹਨਾਂ ਨੇ ਰੱਖੇ ਹੋਏ ਨੇ ਉਹਦੇ ਤੋਂ ਗਿਣਤੀ ਵੱਧਦੀ ਜਾ ਰਹੀ ਹੈ, ਯਾਨੀ ICU ਵਾਲਿਆਂ ਦੀ, ਔਰ ਉਹ ਉਹਨਾਂ ਨੂੰ ਮੈਨੇਜ ਨਹੀਂ ਕਰ ਪਾ ਰਿਹਾ। ਡਾਕਟਰਾਂ ਨੂੰ ਤੇ ਨਰਸਿਸ ਨੂੰ, ਕੁਝ ਇੱਕ ਜਿਹੜੀਆਂ ਨਰਸਿਸ ਆ ਜੀ ਉਹਨਾਂ ਨੂੰ ਉਹ ਕਹਿੰਦੇ ਪ੍ਰੋਪਰ ਟ੍ਰੇਨਿੰਗ ਨਹੀਂ ਗੀ ਹੈਗੀ ਤੇ ਉਹਨਾਂ ਨੂੰ ICU ਵਿੱਚ ਕੰਮ ਕਰਨਾ ਪੈ ਰਿਹਾ। ਕੋਈ ਜਿੱਥੇ ਬੱਚੇ ਡਿਲੀਵਰ ਕੀਤੇ ਜਾਂਦੇ ਨੇ ਉੱਥੋਂ ਨਰਸਾਂ ਨੂੰ ਲਿਆ ਕੇ ਉੱਥੇ ਲਾਇਆ ਜਾ ਰਿਹਾ, ਔਰ ਉਹ ਡਾਕਟਰ ਕਹਿੰਦੇ ਵੀ ਹੁਣ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਵੀ ਉਹ ਨਰਸਿਸ ਉੱਥੇ ਕੰਮ ਕਰ ਰਹੀਆਂ ICU 'ਚ ਜਿਨ੍ਹਾਂ ਨੂੰ ਬਹੁਤ ਘੱਟ ਟ੍ਰੇਨਿੰਗ ਆ, ਈਵਨ ਵੈਂਟੀਲੇਟਰ ਜਿਹੜਾ ਜੀ ਚਲਾਉਣ ਦੀ ਜਾਂ ਵੈਂਟੀਲੇਟਰ 'ਤੇ ਕਿਵੇਂ ਕੇਅਰ ਕਰਨੀ ਹੈ ਪੇਸ਼ੈਂਟ ਦੀ, ਉਹ ਉਹਨਾਂ ਨੂੰ ਨਹੀਂ ਪਤਾ। ਅਤੇ ਉਹ ਕਹਿੰਦੇ ਜੀ ਵੀ ਸਾਡੇ ਲਈ ਇਹ ਇਸ ਵੇਲੇ ਬਹੁਤ ਹੀ ਮੁਸ਼ਕਿਲ ਦੀ ਘੜੀ ਜਿਹੜੀ ਹੈ ਜੀ ਬਣੀ ਹੋਈ ਆ। ਇੱਕ ਹੋਰ ਡਾਕਟਰ ਆ, ਉਹਦਾ ਇਹ ਕਹਿਣਾ, ਉਹ ਕਹਿੰਦਾ ਜੀ ਵੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਜਦੋਂ ਕੋਈ ਮਰੀਜ਼ ਹੌਸਪੀਟਲ ਦੇ ਵਿੱਚ ਆਉਂਦਾ ਆ ਅਤੇ ਉਹਨੂੰ ਅਸੀਂ ਕਹਿੰਦੇ ਬਈ ਤੂੰ ਬਈ ਬਹੁਤ ਸਿੱਕ ਆ, ਫਿਰ ਉਹਨੂੰ ਕਹੀਦਾ ਵੀ ਤੈਨੂੰ ਕੋਵਿਡ ਹੋਇਆ, ਔਰ ਉਦੋਂ ਬਾਅਦ ਉਹਨੂੰ ਕਹੀਦਾ ਵੀ ਤੈਨੂੰ ਇੱਥੇ ICU 'ਚ ਰਹਿਣਾ ਪੈਣਾ। ਅਤੇ ICU ਵਾਲੀ ਗੱਲ ਤੋਂ ਬਾਅਦ ਫਿਰ ਜਦੋਂ ਕਹਿੰਦਾ ਅਸੀਂ ਉਹਨੂੰ ਕਹਿੰਦੇ ਵੀ ਤੈਨੂੰ ਇੱਥੋਂ ਕੈਲਗਰੀ ਜਾਂ ਐਡਮਿੰਟਨ ਭੇਜਣਾ ਪੈਣਾ, ਅਤੇ ਉਹ ਦੇਖੋ ਵੀ ਉਸ ਵਿਅਕਤੀ 'ਤੇ ਕੀ ਬੀਤਦੀ ਹੋਏਗੀ ਤਾਂ ਉਹਨਾਂ ਦੇ ਪਰਿਵਾਰ ਦੇ ਜੀਅ ਜਿਹੜੇ ਆ ਉਹਨਾਂ 'ਤੇ ਕੀ ਬੀਤ ਰਹੀ ਆ। ਔਰ ਇੱਥੋਂ ਤੱਕ ਵੀ ਉਹਨਾਂ ਡਾਕਟਰਾਂ ਨੇ ਤਾਂ ਗੱਲ ਆਖੀ ਹੈ ਜੀ, ਉਹ ਕਹਿੰਦੇ ਵੀ ਹੋ ਸਕਦਾ ਆ ਵੀ ਸਾਨੂੰ ਜਿਹੜੇ ਪੇਸ਼ੈਂਟਸ ਹੈ ਜੀ ਉਹ ਆਊਟ ਆਫ ਪ੍ਰੋਵਿੰਸ ਭੇਜਣੇ ਪੈਣ। ਇਹ ਕੋਈ ਕਹਿੰਦੇ ਅਤ ਕਥਨੀ ਨਹੀਂ, ਹੋ ਸਕਦਾ ਸਾਨੂੰ ਬਾਹਰ ਭੇਜਣੇ ਪੈਣ, ਕਿਉਂਕਿ ਕਹਿੰਦਾ ਸਾਨੂੰ ਤਾਂ ਇਹ ਫਿਕਰ ਲੱਗਾ ਹੁਣ ਜੇ ਐਡਮਿੰਟਨ ਜਾਂ ਕੈਲਗਰੀ ਦੇ ਵਿੱਚ ਅਗਰ ICU ਦੇ ਵਿੱਚ ਉਹਨਾਂ ਦੀ ਗਿਣਤੀ ਆਪਣੇ ਪੇਸ਼ੈਂਟਸ ਦੀ ਜ਼ਿਆਦਾ ਹੋ ਰਹੀ ਆ ਅਤੇ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਅਤੇ ਅਸੀਂ ਕਿੱਥੇ ਭੇਜਾਂਗੇ ਆਪਣੇ ਉਹਨਾਂ ਪੇਸ਼ੈਂਟਸ ਨੂੰ। ਸੋ ਇਹ ਮੁਸੀਬਤ ਬਣੀ ਹੋਈ ਆ ਜੀ। ਜਿਹੜਾ ਰੈੱਡ ਈਅਰ ਦਾ ਹੌਸਪੀਟਲ ਆ ਓਵਰਬਰਡਨਡ ਆ, ਔਰ ਉਹਨਾਂ ਨੂੰ ਉਹ ਮੈਨੇਜ ਕਰਨਾ ਇਸ ਵੇਲੇ ਬੜਾ ਔਖਾ ਹੋਇਆ ਆ। ਔਰ ਕੁਝ ਇੱਕ ਲੋਕ ਅਜਿਹੇ ਆ ਜੀ, ਉਹ ਗੱਲਬਾਤ ਜਿਹੜੀ ਆ ਪ੍ਰੀਮੀਅਰ ਜੇਸਨ ਕੈਨੀ ਹੋਰਾਂ 'ਤੇ ਪਾ ਰਹੇ ਨੇ। ਉਹ ਕਹਿੰਦੇ ਵੀ ਜਦੋਂ ਇਸ ਮਸਲੇ ਦੇ ਵਿੱਚ ਸਾਨੂੰ ਲੀਡਰਸ਼ਿਪ ਚਾਹੀਦੀ ਸੀ ਅਤੇ ਉਹ ਇੱਦਾਂ ਲੱਗਦਾ ਵੀ ਲੀਡਰਸ਼ਿਪ ਹੈ ਹੀ ਨਹੀਂ ਕਿਸੇ ਪਾਸੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਰੈੱਡ ਈਅਰ ਹੌਸਪੀਟਲ ਤੋਂ ਜਿਹੜੀਆਂ ਜੀ ਆ ਰਹੀਆਂ ਨੇ। ਔਰ ਦੂਸਰੀ ਇੱਕ ਖਬਰ ਇਹ ਆਈ ਹੈ ਕਿ ਇਹਨਾਂ ਦੀ ਆਪਣੇ ਹੀ ਕਾਕਸ ਦੀ ਮੈਂਬਰ ਆ ਲੀਲਾ ਅਹੀਰ, ਜੋ ਕੈਲਗਰੀ ਦੇ ਚੈਸਟਰਮੀਅਰ ਸਟ੍ਰੈਥਮੋਰ ਏਰੀਏ ਤੋਂ MLA ਆ। ਤੁਹਾਨੂੰ ਯਾਦ ਹੋਣਾ ਉਹਨਾਂ ਪਿੱਛੇ ਜਿਹੇ ਇੱਕ ਵਾਰੀ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀ ਜੇਸਨ ਕੈਨੀ ਹੋਰਾਂ ਨੂੰ,
ਜਦੋਂ ਇਹ ਇੱਕ ਬਾਲਕੋਨੀ ਦੇ ਬਾਹਰ ਬੈਠੇ ਮਤਲਬ ਖਾਣਾ ਖਾ ਰਹੇ ਸੀਗੇ ਤੇ ਮਾਸਕ ਨਹੀਂ ਸੀ ਲਾਏ, ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੀ ਕੈਬਨਿਟ ਜਿਹੜੀ ਹੈ ਜੀ ਉਹਨੂੰ ਸ਼ਫਲ ਕੀਤਾ, ਤੇ ਲੀਲਾ ਹੀਰ ਜੋ ਉਸ ਵੇਲੇ ਮਿਨਿਸਟਰ ਸੀਗੀ ਕਲਚਰ ਐਂਡ ਮਲਟੀਕਲਚਰਲਿਜ਼ਮ ਦੀ ਔਰ ਨਾਲ ਸਟੇਟਸ ਆਫ ਵੂਮਨ, ਉਹਨਾਂ ਨੂੰ ਉਸ ਪੋਰਟਫੋਲੀਓ ਤੋਂ ਹਟਾ ਦਿੱਤਾ ਗਿਆ। ਜਦੋਂ ਪ੍ਰੀਮੀਅਰ ਕੈਨੀ ਹੋਰਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਉਹਨਾਂ ਨੂੰ ਹਟਾ ਦਿੱਤਾ, ਭਈ ਇਹ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ, ਤੇ ਪ੍ਰੀਮੀਅਰ ਕੈਨੀ ਨੇ ਸਾਫ਼ ਜਵਾਬ ਦੇ ਦਿੱਤਾ ਵੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਸਜ਼ਾ ਨਹੀਂ ਦਿੱਤੀ, ਪਰ ਲੋਕ ਉਹਨੂੰ ਇਸ ਪੱਖ ਤੋਂ ਦੇਖ ਰਿਹਾ ਵੀ ਉਹਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਗਈ। ਹੁਣ ਲੀਲਾ ਅਹੀਰ ਨੇ ਫਿਰ ਇੱਕ ਟਵੀਟ ਕੀਤਾ ਜੀ, ਜਿਹੜਾ ਹੂ ਬਹੂ ਉਸੇ ਤਰ੍ਹਾਂ ਹੀ ਆ ਜੋ ਕੈਲਗਰੀ ਸਨ ਅਖਬਾਰ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਪ੍ਰੀਮੀਅਰ ਕੈਨੀ ਹੋਰਾਂ ਨੂੰ ਲਿਖਿਆ ਗਿਆ ਸੀਗਾ ਕਿ ਭਾਈ ਜਿਹੜੀ ਇਹ ਤੁਹਾਤੋਂ ਜਿਹੜਾ ਕੋਵਿਡ-19 ਵਾਲਾ ਮਸਲਾ ਬਹੁਤ ਬੁਰੀ ਤਰ੍ਹਾਂ ਨਾਲ ਤੁਸੀਂ ਇਹਨੂੰ ਹੈਂਡਲ ਕੀਤਾ ਆ, ਪਰ ਤੁਸੀਂ ਉੱਥੇ ਦਿਸਦੇ ਹੀ ਨਹੀਂ ਜਦੋਂ ਲੋਕ ਤੁਹਾਨੂੰ ਲੱਭ ਰਹੇ ਨੇ। ਤੇ ਲੀਲਾ ਹੀਰ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਜੇਸਨ ਕੈਨੀ ਨੂੰ ਲੋਕਾਂ ਸਾਹਮਣੇ ਆ ਕੇ ਇਹ ਗੱਲ ਮੰਨ ਲੈਣੀ ਚਾਹੀਦੀ ਆ ਵੀ ਹਾਂ ਬਈ ਮੇਰੇ ਤੋਂ ਇਹ ਜਿਹੜਾ ਮਸਲਾ ਆ ਚੰਗੀ ਤਰ੍ਹਾਂ ਨਾਲ ਹੈਂਡਲ ਨਹੀਂ ਕਰ ਹੋਇਆ। ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਨਾਲ ਸਾਨੂੰ ਦੱਸੇ ਵੀ ਹੁਣ ਗਾਂ ਜਿਹੜਾ ਉਹ ਰਾਹ ਦੱਸੇ ਵੀ ਕਿਵੇਂ ਇਹਦੇ ਤੋਂ ਬਚਾਅ ਸਾਡਾ ਹੋ ਸਕਦਾ ਹੈ। ਸੋ ਉਹਨਾਂ ਨੇ ਹੁਣ ਇਹ ਗੱਲ ਆਖੀ ਹੈ ਜੀ, ਔਰ ਉਹਦੇ ਤੇ ਜਿਹੜੇ ਸਕੂਲ ਬੋਰਡ ਨੇ ਉਹ ਵੀ ਕਹਿ ਰਹੇ ਨੇ ਜੇਸਨ ਕੈਨੀ ਹੋਰਾਂ ਨੂੰ ਵੀ ਦੇਖੋ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਸਕੂਲ ਬੋਰਡ ਸਿਰ ਪਾ ਦਿੱਤੀ, ਜਦੋਂ ਕਿ ਇਹਨਾਂ ਨੂੰ ਖੁਦ ਨੂੰ ਫੈਸਲੇ ਲੈਣੇ ਚਾਹੀਦੇ। ਉਹ ਕਹਿੰਦੇ ਸਾਨੂੰ ਛੱਡ ਦਿੱਤੇ ਵੀ ਤੁਸੀਂ ਫੈਸਲੇ ਕਰੋ ਜੀ ਵੀ ਸਕੂਲਾਂ ਦੇ ਵਿੱਚ ਬੱਚੇ ਕਿਸ ਤਰ੍ਹਾਂ ਆਉਣਗੇ, ਕਿਹੜੀਆਂ ਰਿਸਟ੍ਰਿਕਸ਼ਨਸ ਆ, ਜਦੋਂ ਕਿ ਉਹ ਕਹਿੰਦੇ ਵੀ ਬਿਲਕੁਲ ਉਹ ਪ੍ਰੋਵਿੰਸ ਦਾ ਅਖਤਿਆਰ ਸੀ, ਪ੍ਰੋਵਿੰਸ ਵਾਲਿਆਂ ਨੂੰ ਫੈਸਲਾ ਲੈਣਾ ਚਾਹੀਦਾ ਸੀਗਾ। ਸੋ ਹੁਣ ਦੇਖਦੇ ਹਾਂ ਜੀ ਸਮਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਜਦ ਤੱਕ ਅਸੀਂ ਇਹ ਖਬਰ ਤੁਹਾਡੇ ਲਈ ਇੱਥੋਂ ਪੇਸ਼ ਕਰ ਰਹੇ ਹਾਂ, ਹੋ ਸਕਦਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਸਾਡੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਆ, ਜਿਹਦੇ 'ਚ ਜੇਸਨ ਕੈਨੀ, ਡਾਕਟਰ ਡੀਨਾ ਹਿੰਸ਼ਾ ਤੇ ਮਿਨਿਸਟਰ ਜਿਹੜੇ ਨੇ ਹੈਲਥ ਦੇ ਸ਼ੈਂਡਰੋ ਹੁਰੀ, ਉਹ ਵੀ ਸ਼ਾਇਦ ਉਹਦੇ ਵਿੱਚ ਸ਼ਾਮਲ ਹੋਣਗੇ। ਸੋ ਦੇਖਦੇ ਹਾਂ ਉਹਦੇ ਵਿੱਚ ਕੀ ਲੈ ਕੇ ਆਉਂਦੇ ਨੇ, ਕੋਈ ਨਵੀਆਂ ਰਿਸਟ੍ਰਿਕਸ਼ਨਸ ਲਿਆਉਂਦੇ ਨੇ ਜਾਂ ਜਿਹੜੀ ਕੋਈ ਹੋਰ ਗੱਲਬਾਤ ਹੈ, ਕਿਉਂਕਿ ਹਾਲਾਂਕਿ ਜਿਹੜਾ ਉਹ $100 ਦੇਣਾ ਵੀ ਕੀਤਾ ਨਾ ਉਹਨਾਂ ਨੇ ਹੁਣ, ਵੀ ਜੇ ਤੁਸੀਂ ਛੇਤੀ ਨਾਲ ਟੀਕਾ ਜਾ ਕੇ ਲਵਾਓ ਤਾਂ ਤੁਹਾਨੂੰ $100 ਦਿੱਤਾ ਜਾਏਗਾ, ਯਾਨੀ ਵੈਕਸੀਨ ਵਾਲਾ ਟੀਕਾ ਜਿਹੜਾ ਆ ਉਹ ਹੁਣ ਆਰੰਭ ਹੋਣਾ ਆ। ਜਦੋਂ ਕਿ ਜਿਹੜੇ ਬਹੁਤ ਸਾਰੇ ਲੋਕ ਹਜੇ ਵੀ ਅਲਬਰਟਾ ਦੇ ਵਿੱਚ ਹੈ ਜੀ ਜਿਨ੍ਹਾਂ ਨੇ ਵੈਕਸੀਨ ਦੇ ਟੀਕੇ ਨਹੀਂ ਲਗਵਾਏ, ਔਰ ਪ੍ਰੀਮੀਅਰ ਉਹਨਾਂ ਨੂੰ ਇਸ ਗੱਲ ਦੀ ਆਸ ਆ ਵੀ ਹੁਣ ਲੋਕ ਜਿਹੜੇ ਆ ਉਹ ਟੀਕੇ ਲਗਵਾਉਣ, ਕਿਉਂਕਿ ਜਿਹੜਾ ਜੀ ਸਾਰੇ ਪਾਸੇ ਤੁਹਾਨੂੰ ਜਿਹੜਾ ਐਵੀਡੈਂਸ ਦਿਖ ਰਿਹਾ, ਜਿਹੜੇ ਲੋਕ ਉੱਥੇ ਰੈੱਡ ਈਅਰ ਦੇ ਵਿੱਚ ICU 'ਚ ਆਏ ਨੇ, ਉਹਨਾਂ 'ਚੋਂ 90% ਉਹ ਲੋਕ ਆ ICU ਦੇ ਵਿੱਚ ਜਿਹੜੇ ਅਨਵੈਕਸੀਨੇਟਡ ਨੇ, ਜਿਨ੍ਹਾਂ ਦੇ ਕੋਈ ਟੀਕਾ ਨਹੀਂ ਲੱਗਾ ਹੋਇਆ। ਔਰ ਇਸੇ ਤਰ੍ਹਾਂ ਜਿਹੜੇ ਉੱਥੇ ਹਸਪੀਟਲ ਦੇ ਵਿੱਚ ਜਮ੍ਹਾਂ ਨੇ, ਉਹਨਾਂ ਦੇ ਵਿੱਚ ਵੀ ਤਕਰੀਬਨ 70-75% ਲੋਕ ਨੇ ਜਿਨ੍ਹਾਂ ਦੇ ਵੈਕਸੀਨ ਦਾ ਟੀਕਾ ਨਹੀਂ ਲੱਗਾ ਹੋਇਆ। ਸੋ ਲੱਗਦਾ ਵੀ ਐਮਫੈਸਿਸ ਜ਼ਿਆਦਾ ਇਹਦੇ ਤੇ ਹੋਵੇਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।